ਬੱਚਿਓ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਸ਼ੁਭ ਇਛਾਵਾਂ। ਪੰਜਾਬੀ ਦੀ ਇਸ ਜਮਾਤ ਵਿੱਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਆਇਆਂ ਕਹਿੰਦੀ ਹਾਂ। ਕਵਿੱਤਰੀ ਅੰਮ੍ਰਿਤਾ ਪ੍ਰੀਤਮ ਦੀ ਲਿਖੀ ਹੋਈ ਕਵਿਤਾ ਅੱਜ ਆਖਾਂ ਵਾਰਸ ਸ਼ਾਹ ਨੂੰ ਬਾਰੇ ਪੜ੍ਹਾਂਗੇ। ਅੰਮ੍ਰਿਤਾ ਪ੍ਰੀਤਮ, ਜਿਨ੍ਹਾਂ ਦਾ ਜਨਮ 31 ਅਗਸਤ 1919 ਨੂੰ ਸਰਦਾਰ ਕਰਤਾਰ ਸਿੰਘ ਹਿਤਕਾਰੀ ਦੇ ਘਰ ਗੁਜਰਾਂਵਾਲਾ, ਪਾਕਿਸਤਾਨ ਵਿਖੇ ਹੋਇਆ। ਆਪ ਨੂੰ ਕਾਵਿ ਸੰਗ੍ਰਹਿ ਸੁਨੇਹੜੇ ਲਈ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਅਤੇ ਕਾਗਜ਼ ਤੇ ਕੈਨਵਸ ਲਈ ਗਿਆਨਪੀਠ ਪੁਰਸਕਾਰ ਮਿਲਿਆ। ਦਿੱਲੀ ਯੂਨੀਵਰਸਿਟੀ ਨੇ ਆਪ ਨੂੰ D.Litt ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ। ਅੰਮ੍ਰਿਤਾ ਪ੍ਰੀਤਮ ਨੇ ਆਪਣੇ ਕਾਵਿ ਸਫ਼ਰ ਦੇ ਆਰੰਭ ਵਿੱਚ ਮਰਦ ਪ੍ਰਧਾਨ ਸਮਾਜ ਵਿੱਚ ਇੱਕ ਸੰਵੇਦਨਸ਼ੀਲ ਨਾਰੀ ਦੇ ਦੁੱਖ ਨੂੰ ਵਿਸ਼ਾ ਬਣਾਇਆ। ਇਸ ਤੋਂ ਇਲਾਵਾ ਇਸਤਰੀ ਮਨ ਦੇ ਜਜ਼ਬਿਆਂ, ਪੀੜਾਂ ਤੇ ਮੁਸ਼ਕਲਾਂ ਆਪ ਦੀ ਕਵਿਤਾ ਦਾ ਵਿਸ਼ਾ ਹਨ। ਅੱਜ ਆਖਾਂ ਵਾਰਿਸ ਸ਼ਾਹ ਨੂੰ ਕਵਿਤਾ, ਜੋ ਆਪ ਨੇ 1947 ਵਿੱਚ ਹੋਈ ਦੇਸ਼ ਦੀ ਵੰਡ ਸਮੇਂ ਲਿਖੀ, ਬਹੁਤ ਪ੍ਰਸਿੱਧ ਹੋਈ। ਕਵਿਤਾ ਵਾਰਿਸ ਸ਼ਾਹ ਪੜ੍ਹਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਇਸ ਬਾਰੇ ਗੱਲ ਕਰਾਂਗੇ ਕਿ ਕਵਿੱਤਰੀ ਨੇ ਵਾਰਿਸ ਸ਼ਾਹ ਨੂੰ ਕਿਉਂ ਸੰਬੋਧਨ ਕੀਤਾ। ਉਹ ਵਾਰਿਸ ਸ਼ਾਹ ਨੂੰ ਕੀ ਆਖਣਾ ਚਾਹੁੰਦੀ ਹੈ, ਕੀ ਦਿਖਾਉਣਾ ਚਾਹੁੰਦੀ ਹੈ। ਵਾਰਿਸ ਸ਼ਾਹ ਮੱਧਕਾਲ ਦਾ ਕਵੀ ਸੀ। ਉਸਨੇ ਉਸ ਸਮੇਂ ਹੀਰ ਅਤੇ ਰਾਂਝੇ ਦਾ ਕਿੱਸਾ ਲਿਖਿਆ ਸੀ, ਜੋ ਬਹੁਤ ਪ੍ਰਸਿੱਧ ਹੋਇਆ ਸੀ। ਉਸਨੇ ਕਿੱਸੇ ਵਿੱਚ ਉਸਦੇ ਦੁੱਖਾਂ, ਵਿਛੋੜੇ ਤੇ ਉਸਦੇ ਹੋਏ ਅਤਿਆਚਾਰਾਂ ਬਾਰੇ ਲਿਖਿਆ ਹੈ। ਹੀਰ ਤੇ ਰਾਂਝੇ ਦਾ ਕਿੱਸਾ ਤਾਂ ਹੋਰ ਵੀ ਕਈ ਕਵੀਆਂ ਨੇ ਲਿਖਿਆ, ਪਰ ਜੋ ਉਸਦੇ ਕਿੱਸੇ ਨੂੰ ਪ੍ਰਸਿੱਧਤਾ ਮਿਲੀ, ਉਹ ਹੋਰ ਕਿਸੇ ਕਵੀ ਨੂੰ ਨਹੀਂ ਮਿਲੀ। ਅੰਮ੍ਰਿਤਾ ਪ੍ਰੀਤਮ ਨਾਰੀਵਾਦੀ ਕਵਿੱਤਰੀ ਹੈ। ਉਸਦੀ ਕਵਿਤਾ ਵਿੱਚ ਨਾਰੀ ਪ੍ਰਤੀ ਸੰਵੇਦਨਾ, ਨਾਰੀ ਪ੍ਰਤੀ ਝੁਕਾਅ, ਉਸਦੇ ਦੁੱਖਾਂ ਤੇ ਤਕਲੀਫਾਂ ਨੂੰ ਸਮਝਣ ਦੀ ਝਲਕ ਮਿਲਦੀ ਹੈ। ਪੰਜਾਬੀ ਕਵਿਤਾ ਵਿੱਚ ਔਰਤ ਦੇ ਮਨ ਦੀ ਵੇਦਨਾ ਤੇ ਪੀੜ ਦੀ ਦਾਸਤਾਨ ਢੇਰ ਪੁਰਾਣੀ ਹੈ। ਇਸ ਦਾ ਆਗਾਜ਼ ਗੁਰਬਾਣੀ ਤੇ ਸੂਫੀ ਕਾਵਿ ਤੋਂ ਹੋ ਕੇ ਕਿੱਸਾ ਕਾਵਿ ਤੇ ਫਿਰ ਆਧੁਨਿਕ ਕਾਵਿ ਤੱਕ ਪਹੁੰਚਿਆ। ਅੰਮ੍ਰਿਤਾ ਪ੍ਰੀਤਮ ਨੇ ਆਧੁਨਿਕ ਕਾਲ ਵਿੱਚ ਇਸ ਨੂੰ ਵੱਖਰੇ ਨਜ਼ਰੀਏ ਤੋਂ ਪੇਸ਼ ਕੀਤਾ ਹੈ। ਔਰਤ ਦਾ ਸਮਾਜਿਕ ਰੁਤਬਾ, ਔਰਤ ਦੁਖੀ ਸਮਾਜ ਵੱਲੋਂ ਹੋ ਰਹੀਆਂ ਵਧੀਕੀਆਂ ਦੇ ਵਿਰੁੱਧ ਉਸਦੀ ਹੋਂਦ ਦਾ ਮਸਲਾ, ਦੇਸ਼ ਦੀ ਵੰਡ ਅਤੇ ਉਜਾੜੇ ਦੀ ਮਾਰ ਨੂੰ ਬਖੂਬੀ ਪੇਸ਼ ਕੀਤਾ ਹੈ। ਅੰਮ੍ਰਿਤਾ ਪ੍ਰੀਤਮ ਨੇ ਵਾਰਿਸ ਸ਼ਾਹ ਨੂੰ ਇਸ ਕਵਿਤਾ ਵਿੱਚ ਇਸ ਲਈ ਲਿਆ ਹੈ ਕਿਉਂਕਿ ਜਦੋਂ ਦੇਸ਼ ਦੇ ਦੋ ਟੁਕੜੇ ਹੋਏ, 1947 ਦੀ ਵੰਡ ਹੋਈ, ਇੱਕ ਪਾਕਿਸਤਾਨ ਤੇ ਦੂਸਰਾ ਭਾਰਤ ਬਣਿਆ, ਉਸ ਸਮੇਂ ਸਿਆਸਤਦਾਨ ਆਪਣੀ ਕੁਰਸੀ ਲਈ ਲੜਦੇ ਰਹੇ। ਸਭ ਤੋਂ ਵੱਧ ਨੁਕਸਾਨ ਨਾਰੀ ਨੂੰ ਹੋਇਆ। ਭਰਾ ਮਾਰੂ ਤਰਾਸਦੀ ਹੋਈ, ਭਾਵ ਹਿੰਦੂ, ਮੁਸਲਿਮ, ਸਿੱਖ, ਈਸਾਈ ਜੋ ਭਰਾਵਾਂ ਦੀ ਤਰ੍ਹਾਂ ਰਹਿੰਦੇ ਸਨ, ਆਪਸ ਵਿੱਚ ਲੜਨ ਲੱਗੇ, ਇੱਕ ਦੂਜੇ ਨੂੰ ਵੱਢਣ ਟੁੱਕਣ ਲੱਗੇ, ਲੁੱਟਣ ਲੱਗੇ। ਦੇਸ਼ ਵਿੱਚ ਕਤਲੇਆਮ ਹੋਣ ਲੱਗਾ, ਜੋ ਸਭ ਤੋਂ ਵੱਡਾ ਦੁੱਖ ਸੀ। ਸੱਭਿਅਤਾ ਦਾ ਨੁਕਸਾਨ ਹੋਇਆ। ਸਭ ਤੋਂ ਵੱਡਾ ਨੁਕਸਾਨ ਇਸਤਰੀ ਨੂੰ ਹੋਇਆ। ਪ੍ਰਾਚੀਨ ਕਾਲ ਤੋਂ ਜਦੋਂ ਵੀ ਕਿਤੇ ਹਮਲੇ ਹੁੰਦੇ
ਔਰਤ ਨੂੰ ਹੀ ਲੁੱਟਿਆ ਜਾਂਦਾ। ਖੋਹਾ ਖੋਹੀ ਹੁੰਦੀ ਸੀ। ਨਾਰੀ ਨੂੰ ਸਭ ਤੋਂ ਵੱਧ ਨੁਕਸਾਨ ਭੁਗਤਣਾ ਪਿਆ। ਉਹ ਕਹਿੰਦੀ ਹੈ ਕਿ ਜਦੋਂ ਹੀਰ 'ਤੇ ਜ਼ੁਲਮ ਹੋਏ ਸੀ, ਉਸ ਸਮੇਂ ਤੂੰ ਹੀਰ ਦੇ ਦੁੱਖਾਂ ਦੇ ਵਹਿਣ ਪਾ ਕੇ ਕਿੱਸਾ ਲਿਖਿਆ ਸੀ, ਪਰ ਹੁਣ ਤਾਂ ਘਰ ਘਰ ਔਰਤਾਂ 'ਤੇ ਅਤਿਆਚਾਰ ਹੋ ਰਿਹਾ ਹੈ। ਅੱਜ ਦੇਖ, ਲੱਖਾਂ ਧੀਆਂ ਰੋ ਰਹੀਆਂ ਹਨ ਤੇ ਕਬਰਾਂ ਵਿੱਚੋਂ ਉੱਠ ਕੇ ਉਹਨਾਂ ਦੇ ਨਿਆਂ ਦਾ ਕੋਈ ਅੱਖਰ ਲਿਖ, ਪੰਨੇ ਲਿਖ। ਅੱਜ ਆਖਾਂ ਵਾਰਿਸ ਸ਼ਾਹ ਨੂੰ, ਕਿਤੋਂ ਕਬਰਾਂ ਵਿੱਚੋਂ ਬੋਲ, ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ। ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ। ਇਹਨਾਂ ਸਤਰਾਂ ਵਿੱਚ ਕਵਿੱਤਰੀ ਦੱਸਦੀ ਹੈ ਕਿ ਜਦੋਂ ਪੰਜਾਬ ਦੀ ਇੱਕ ਧੀ ਰੋਈ ਸੀ, ਪੰਜਾਬ ਦੀ ਧੀ ਤੋਂ ਭਾਵ ਹੀਰ, ਉਸ ਨਾਲ ਜਦੋਂ ਅਨਿਆਂ ਹੋਇਆ ਸੀ, ਉਸ ਦੇ ਪਿਆਰ ਨੂੰ ਤੋੜਿਆ ਗਿਆ ਸੀ, ਉਸ ਨੂੰ ਰਾਂਝੇ ਤੋਂ ਧੱਕੇ ਨਾਲ ਵਿਛੋੜਿਆ ਗਿਆ ਸੀ, ਉਸ ਸਮੇਂ ਤੂੰ ਉਸ ਦੇ ਦੁੱਖਾਂ ਨੂੰ ਵੈਣਾਂ ਵਿੱਚ ਪਰੋ ਕੇ ਕਿੱਸਾ ਕਾਵ ਲਿਖਿਆ ਸੀ। ਤੇ ਅੱਜ 1947 ਦੀ ਕਤਲੋ ਗਾਰਤ ਦੇ ਦੁਖਾਂਤ ਵਿੱਚ ਲੱਖਾਂ ਹੀ ਧੀਆਂ ਰੋ ਰੋ ਕੇ ਤੈਨੂੰ ਯਾਦ ਕਰ ਰਹੀਆਂ ਹਨ ਤੇ ਕਹਿ ਰਹੀਆਂ ਹਨ ਕਿ ਸਾਡੇ ਵੀ ਦੁੱਖ ਦਰਦ ਨੂੰ ਸ਼ਬਦ ਦੇ, ਤਾਂ ਜੋ ਉਹਨਾਂ ਦਾ ਦਰਦ ਕੁਝ ਘਟ ਸਕੇ। ਵੇ ਦਰਦ ਮੰਦਾ ਦਿਆ ਦਰਦੀਆ, ਉੱਠ ਤੱਕ ਆਪਣਾ ਪੰਜਾਬ। ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ। ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤੀ ਜ਼ਹਿਰ ਰਲਾ, ਤੇ ਉਹਨਾਂ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ। ਬੱਚਿਓ, ਇਹਨਾਂ ਸਤਰਾਂ ਵਿੱਚ ਦਰਦਮੰਦ ਦਾ ਦਰਦੀ ਉਹ ਹੁੰਦਾ ਹੈ ਜੋ ਕਿਸੇ ਦੇ ਦੁੱਖਾਂ ਨੂੰ ਸੁਣ ਕੇ ਉਸ ਨਾਲ ਹਮਦਰਦੀ ਵਰਤੇ। ਕਵਿੱਤਰੀ ਵਾਰਿਸ ਸ਼ਾਹ ਨੂੰ ਦਰਦੀ ਦਾ ਰੁਤਬਾ ਦਿੰਦੀ ਹੋਈ ਕਹਿੰਦੀ ਹੈ ਕਿ ਦੁੱਖ ਦਰਦਾਂ ਨੂੰ ਸੁਣਨ ਵਾਲਿਆ, ਉੱਠ ਕੇ ਆਪਣਾ ਪੰਜਾਬ ਦੇਖ। ਅੱਜ ਉਹ ਬੇਲੇ, ਉਹ ਜੰਗਲ ਜਿੱਥੇ ਪਿਆਰ ਦੀਆਂ ਖੁੱਲ੍ਹ ਕੇ ਗੱਲਾਂ ਹੁੰਦੀਆਂ ਸਨ, ਗੀਤ ਗਾਏ ਜਾਂਦੇ ਸਨ, ਉਹਨਾਂ ਬੇਲਿਆਂ ਵਿੱਚ ਅੱਜ ਲਾਸ਼ਾਂ ਵਿਛੀਆਂ ਪਈਆਂ ਹਨ। ਤੇ ਉਹ ਚਨਾਬ ਦਾ ਦਰਿਆ ਜਿੱਥੇ ਪਾਣੀ, ਪਿਆਰ ਦਾ ਪਾਣੀ ਵਗਦਾ ਸੀ, ਉਹ ਅੱਜ ਖੂਨ ਨਾਲ ਭਰ ਗਿਆ ਹੈ। ਤੇ ਪੰਜਾਬ ਦੇ ਪਾਣੀਆਂ ਵਿੱਚ ਕਿਸੇ ਨੇ ਫਿਰਕੂ ਪੁਣੇ ਦਾ ਜ਼ਹਿਰ ਮਿਲਾ ਦਿੱਤਾ ਹੈ। ਉਹ ਜ਼ਹਿਰ ਭਰਿਆ ਪਾਣੀ ਸਾਰੀ ਧਰਤੀ 'ਤੇ ਲਾ ਕੇ ਉਸ ਨੂੰ ਸਿੰਜ ਦਿੱਤਾ ਗਿਆ ਹੈ। ਇਸ ਜ਼ਰਖੇਜ਼ ਜ਼ਮੀਨ 'ਤੇ ਲੂੰ-ਲੂੰ ਫੁੱਟਿਆ ਜ਼ਹਿਰ, ਗਿੱਠ-ਗਿੱਠ ਚੜੀਆਂ ਲਾਲੀਆਂ, ਫੁੱਟ-ਫੁੱਟ ਚੜਿਆ ਕਹਿਰ। ਵਿਉ ਵਿਲਿਸੀ ਵਾਹ ਫਿਰ, ਵਣ-ਵਣ ਵੱਗੀ ਜਾਂ, ਉਹਨੇ ਹਰ ਇੱਕ ਵਾਂਸ ਦੀ ਵੰਝਲੀ ਦਿੱਤੀ ਨਾਗ ਬਣਾ। ਇਹਨਾਂ ਸਤਰਾਂ ਵਿੱਚ ਕਵਿੱਤਰੀ ਦੱਸਦੀ ਹੈ ਕਿ ਪੰਜਾਬ ਦੀ ਪਿਆਰ ਉਪਜਾਉਣ ਵਾਲੀ ਧਰਤੀ 'ਤੇ ਕਣ-ਕਣ ਵਿੱਚ, ਲੂੰ-ਲੂੰ ਵਿੱਚ ਜ਼ਹਿਰ ਫੁੱਟ ਪਿਆ, ਭਾਵ ਉੱਗ ਪਿਆ। ਇਹ ਨਫ਼ਰਤ ਭਰੀ ਜ਼ਹਿਰ ਦੀ ਗਿੱਠ-ਗਿੱਠ ਲਾਲੀ ਤੇ ਫੁੱਟ-ਫੁੱਟ ਕਹਿਰ ਚੜ੍ਹ ਗਿਆ ਹੈ, ਭਾਵ ਦਿਨੋਂ ਦਿਨ ਜ਼ੁਲਮ ਤੇ ਕਤਲੇਆਮ ਵੱਧਦਾ ਹੀ ਜਾਂਦਾ ਹੈ। ਭਰਾ ਮਾਰੂ ਤਰਾਸਦੀ ਹੋ ਰਹੀ ਹੈ। ਹਿੰਦੂ, ਮੁਸਲਿਮ, ਸਿੱਖ, ਈਸਾਈ ਆਪਸ ਵਿੱਚ ਵੱਡੋ ਟੁੱਕੀ ਵਿੱਚ ਲੱਗੇ ਹੋਏ ਹਨ। ਜਿਹੜੇ ਜੰਗਲਾਂ ਵਿੱਚ, ਵਣਾਂ ਵਿੱਚ ਪਿਆਰ ਭਰੀ ਹਵਾ ਵਗਦੀ ਸੀ, ਉੱਥੇ ਜ਼ਹਿਰ ਨਾਲ ਭਰੀ ਹੋਈ ਹਵਾ ਚੱਲ ਰਹੀ ਹੈ, ਜਿਸ ਨੇ ਜੰਗਲ ਦੇ ਹਰ ਇੱਕ ਬਾਂਸ ਨੂੰ ਨਾਗ ਬਣਾ ਦਿੱਤਾ ਹੈ। ਪਹਿਲੇ ਡੰਗ ਮਦਾਰੀਆਂ ਮੰਤਰ ਗਏ ਗਵਾਚ, ਦੂਜੇ ਡੰਗ ਦੀ ਲੱਗ ਗਈ ਜਣੇ ਖਣੇ ਨੂੰ ਲਾਗ।
ਨਾਗਾਂ ਕੀਲੇ ਲੋਗ ਮੂੰਹ, ਬਸ ਫਿਰ ਡੰਗ ਹੀ ਡੰਗ, ਪਲੋ ਪਲੀ ਪੰਜਾਬ ਦੇ ਨੀਲੇ ਪੈ ਗਏ ਅੰਗ। ਇਹਨਾਂ ਸਤਰਾਂ ਵਿੱਚ ਕਵਿਤਰੀ ਦੱਸਦੀ ਹੈ ਕਿ ਇਸ ਜ਼ਹਿਰ ਭਰੀ ਬੰਸਰੀ ਨਾਲ ਪਹਿਲਾ ਡੰਗ ਮਦਾਰੀਆਂ ਨੂੰ ਲੱਗਾ। ਬੱਚਿਓ, ਆਮ ਭਾਸ਼ਾ ਵਿੱਚ ਮਦਾਰੀਆਂ ਤੋਂ ਭਾਵ ਹੁੰਦਾ ਹੈ ਮਾਂਦਰੀ, ਜੋ ਸੱਪ ਦੇ ਡੰਗ ਦਾ ਇਲਾਜ ਕਰਦੇ। ਪਰ ਇੱਥੇ ਮਦਾਰੀਆਂ ਤੋਂ ਭਾਵ ਦੇਸ਼ ਦੇ ਰਾਜਸੀ ਧਾਰਮਿਕ ਨੇਤਾਵਾਂ ਨੂੰ ਕਿਹਾ ਗਿਆ, ਜੋ ਦੇਸ਼ 'ਤੇ ਆਈ ਹੋਈ ਕਿਸੇ ਵੀ ਮੁਸੀਬਤ ਨੂੰ ਦੂਰ ਕਰਨ ਵਾਲੇ ਹੁੰਦੇ ਹਨ। ਸੋ ਕਵਿਤਰੀ ਦੱਸਦੀ ਹੈ ਕਿ ਇਹ ਪਹਿਲਾ ਡੰਗ ਦੇਸ਼ ਦੇ ਰਾਜਸੀ ਧਾਰਮਿਕ ਨੇਤਾਵਾਂ ਨੂੰ ਲੱਗਿਆ। ਉਹਨਾਂ ਨੂੰ ਦੇਸ਼ ਨੂੰ ਤੇ ਦੇਸ਼ ਵਿੱਚ ਹੋ ਰਹੇ ਦੰਗੇ ਫਸਾਦਾਂ ਨੂੰ ਸੁਲਝਾਉਣ ਦਾ, ਬਚਾਉਣ ਦਾ ਮੰਤਰ ਹੀ ਭਾਵ ਢੰਗ ਤਰੀਕਾ ਹੀ ਗਵਾਚ ਗਿਆ, ਭੁੱਲ ਗਿਆ। ਉਹ ਖੁਦ ਹੀ ਇਸ ਫਿਰਕਾ ਪ੍ਰਸਤੀ ਦੇ ਚੱਕਰਵਿਊਹ ਵਿੱਚ ਉਲਝ ਗਏ ਅਤੇ ਉਸ ਤੋਂ ਮਗਰੋਂ ਦੂਜਾ ਡੰਗ ਹਰ ਉਸ ਸ਼ਖਸ ਨੂੰ ਲੱਗਿਆ ਅਤੇ ਇਹ ਜ਼ਹਿਰ ਭਰੀ ਲਾਗ ਲੱਗ ਗਈ, ਭਾਵ ਇੱਕ ਕਿਸਮ ਦੀ ਬਿਮਾਰੀ ਲੱਗ ਗਈ, ਜੋ ਇੱਕ ਤੋਂ ਦੂਜੇ ਨੂੰ ਅਤੇ ਦੂਜੇ ਨੂੰ ਤੋਂ ਤੀਜੇ ਨੂੰ, ਜਿਵੇਂ ਕੋਈ ਛੂਤ ਛਾਤ ਦੀ ਬਿਮਾਰੀ ਲੱਗ ਜਾਂਦੀ ਹੈ। ਅਤੇ ਫਿਰ ਕੀ ਸੀ, ਇਸ ਜ਼ਹਿਰ ਨਾਲ ਭਰੇ ਹੋਏ ਲੋਕ ਇੱਕ ਦੂਸਰੇ ਨੂੰ ਨਫ਼ਰਤ ਭਰੀ ਨਜ਼ਰ ਨਾਲ ਦੇਖਣ ਲੱਗੇ। ਇਨਸਾਨੀਅਤ ਮਰ ਗਈ। ਇਸ ਦਾ ਅਸਰ ਇਹ ਹੋਇਆ ਕਿ ਪੰਜਾਬ ਦੇ ਅੰਗ ਨੀਲੇ ਪੈ ਗਏ, ਹਰ ਕਿਸੇ ਨੂੰ ਜ਼ਹਿਰ ਚੜ੍ਹ ਗਿਆ। ਅਤੇ ਫਿਰ ਜਦੋਂ ਪੰਜਾਬ ਦੇ ਅੰਗ ਨੀਲੇ ਪੈ ਗਏ ਤਾਂ ਇਹ ਪੰਜਾਬ ਸੀ ਜਿਹੜਾ ਉਹ ਟੁੱਟ ਗਿਆ, ਮਰ ਗਿਆ, ਭਾਵ ਉਹ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਇੱਕ ਲਹਿੰਦਾ ਪੰਜਾਬ ਅਤੇ ਚੜ੍ਹਦਾ ਪੰਜਾਬ, ਪਾਕਿਸਤਾਨ ਅਤੇ ਭਾਰਤ ਬਣ ਗਿਆ। ਗਲਿਓਂ ਟੁੱਟੇ ਗੀਤ ਫਿਰ, ਤਰਕਲਿਓਂ ਟੁੱਟੀ ਤੰਦ, ਤ੍ਰਿੰਝਣੋਂ ਟੁੱਟੀਆਂ ਸਹੇਲੀਆਂ, ਚਰਖੜੇ ਕੁੱਕਰ ਬੰਦ, ਸਣੇ ਸੇਚਦੇ ਬੇੜੀਆਂ, ਲੁੱਡਣ ਦਿੱਤੀਆਂ ਰੋੜ, ਸਣੇ ਡਾਲੀਆਂ ਪੀਂਹ ਗੱਜ, ਪਿੱਪਲਾਂ ਦਿੱਤੀ ਤੋੜ। ਇਹਨਾਂ ਸਤਰਾਂ ਵਿੱਚ ਕਵਿਤਰੀ ਦੱਸਦੀ ਹੈ ਕਿ ਜਦੋਂ ਪੰਜਾਬ ਦੀ ਵੰਡ ਹੋ ਗਈ, ਹਜ਼ਾਰਾਂ ਘਰ ਬਰਬਾਦ ਹੋ ਗਏ, ਖੁਸ਼ੀਆਂ ਖੇੜੇ ਉੱਡ ਗਏ, ਲੱਖਾਂ ਹੀ ਲੋਕ ਮਾਰੇ ਗਏ, ਉਸ ਸਮੇਂ ਉਦਾਸੀ ਨੇ ਅਤੇ ਦੁੱਖਾਂ ਨੇ ਲੋਕਾਂ ਨੂੰ ਘੇਰ ਲਿਆ। ਇਹਨਾਂ ਸਤਰਾਂ ਵਿੱਚ ਅੱਗੇ ਕਵਿਤਰੀ ਦੱਸਦੀ ਹੈ ਕਿ ਉਹ ਪੰਜਾਬ ਜਿੱਥੇ ਤ੍ਰਿੰਝਣ ਵਿੱਚ ਲੋਕ ਗੀਤ ਗਾਏ ਜਾਂਦੇ ਸਨ, ਲੋਕ ਨਾਚ ਕੀਤੇ ਜਾਂਦੇ ਸਨ, ਇਸ ਖੂਨੀ ਹਨੇਰੀ ਵਿੱਚ ਸਾਰੇ ਪਾਸੇ ਹਾਹਾਕਾਰ ਮਚ ਗਈ। ਬੁੱਢੇ ਇਲਾਜ ਲਈ, ਬੱਚੇ ਦੁੱਧ ਲਈ ਤਰਸਣ ਲੱਗੇ, ਧੀਆਂ ਭੈਣਾਂ ਨੂੰ ਉਧੇੜਿਆ ਜਾਣ ਲੱਗਾ, ਉਹਨਾਂ ਦੀ ਆਬਰੂ ਲੁੱਟੀ ਜਾਂਦੀ ਸੀ। ਆਪਣੀ ਇੱਜ਼ਤ ਦੀ ਰਾਖੀ ਲਈ ਕੁੜੀਆਂ ਨੇ ਘਰਾਂ ਵਿੱਚੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ। ਉਹਨਾਂ ਸਹਿਮੀਆਂ ਹੋਈਆਂ ਕੁੜੀਆਂ ਦੇ ਗਲਿਆਂ ਵਿੱਚੋਂ ਪਿਆਰ ਦੇ ਗੀਤ ਟੁੱਟ ਗਏ, ਸਹੇਲੀਆਂ ਦਾ ਸਾਥ ਛੁੱਟ ਗਿਆ, ਚਰਖਿਆਂ ਦੀ ਕੂਕਰ ਭਾਵ ਆਵਾਜ਼ ਬੰਦ ਹੋ ਗਈ। ਇੰਝ ਲੱਗਦਾ ਸੀ ਜਿਵੇਂ ਲੁੱਡਣ ਵਰਗੇ ਮਲਾਹ ਨੇ ਸਣੇ ਸੇਜਦੇ ਬੇੜੀਆਂ ਰੋੜ ਦਿੱਤੀਆਂ ਹੋਣ, ਭਾਵ ਦੇਸ਼ ਨੂੰ ਸੰਭਾਲਣ ਵਾਲੇ ਖੁਦ ਹੀ ਹਥਿਆਰੇ ਬਣ ਗਏ ਹੋਣ। ਪਿੱਪਲਾਂ ਨੇ ਸਮੇਤ ਟਾਹਣੀਆਂ ਪੀਂਘਾਂ ਤੋੜ ਦਿੱਤੀਆਂ ਹੋਣ, ਭਾਵ ਲੋਕ ਖੁਦ ਹੀ ਇਸ ਜ਼ਹਿਰ, ਨਫ਼ਰਤ ਅਤੇ ਫਿਰਕੂਪੁਣੇ ਦੀ ਦਲਦਲ ਵਿੱਚ ਫਸ ਕੇ ਆਪਣਾ ਨੁਕਸਾਨ ਖੁਦ ਹੀ ਕਰ ਬੈਠੇ ਸਨ। ਭਰਾ ਭਰਾ ਦਾ ਵੈਰੀ ਬਣ ਗਿਆ ਸੀ। ਜਿੱਥੇ ਵੱਜਦੀ ਸੀ ਫੂਕ ਪਿਆਰ ਦੀ ਵੇ, ਉਹ ਵੰਝਲੀ ਗਈ ਗਵਾਚ, ਰਾਂਝੇ ਦੇ ਸਭ ਵੀਰ ਅੱਜ ਭੁੱਲ ਗਏ ਉਹਦੀ ਜਾਚ। ਧਰਤੀ 'ਤੇ ਲੋ ਵਸਿਆ, ਕਬਰਾਂ ਪਈਆਂ ਝੂਣ, ਪ੍ਰੀਤ ਦੀਆਂ ਸ਼ਹਿਜ਼ਾਦੀਆਂ,
ਅੱਜ ਵਿੱਚ ਮਿਜ਼ਾਰਾਂ ਰੋਣ। ਇਨ੍ਹਾਂ ਸਤਰਾਂ ਵਿੱਚ ਫਿਰ ਕਵਿੱਤਰੀ ਪੁਰਾਣੇ ਪੰਜਾਬ ਨੂੰ ਯਾਦ ਕਰਦੀ ਹੋਈ ਦੱਸਦੀ ਹੈ ਕਿ ਜਿੱਥੇ ਪਿਆਰ ਦੀ ਫੂਕ ਵੱਜਦੀ ਸੀ, ਉਹ ਪੰਜਾਬ ਜਿੱਥੇ ਹਰ ਕੋਈ ਇੱਕ ਦੂਸਰੇ ਨਾਲ ਪਿਆਰ ਇੱਜ਼ਤ ਨਾਲ ਰਹਿੰਦਾ ਸੀ, ਦੁੱਖ ਸੁੱਖ ਦਾ ਸਾਥੀ ਸੀ, ਖੁਸ਼ੀ ਖੁਸ਼ੀ ਰਹਿੰਦਾ ਸੀ, ਉਹ ਪਿਆਰ ਵਾਲੀ ਬੰਸਰੀ ਗਵਾਚ ਗਈ ਹੈ। ਰਾਂਝੇ ਦੇ ਸਾਰੇ ਭਰਾ, ਪੰਜਾਬ ਦਾ ਹਰ ਗੱਭਰੂ ਸੱਚਾ ਪਿਆਰ ਕਰਨਾ ਭੁੱਲ ਕੇ ਇੱਕ ਦੂਜੇ ਦੀਆਂ ਧੀਆਂ ਭੈਣਾਂ ਨੂੰ ਉਧੇਲ ਰਿਹਾ ਹੈ, ਬੇਆਬਰੂ ਕਰ ਰਿਹਾ ਹੈ। ਇਹ ਫਿਰਕੂ ਫਸਾਦਾਂ ਕਰਕੇ ਧਰਤੀ 'ਤੇ ਇੰਨਾ ਲਹੂ ਵਗਿਆ ਕਿ ਜਿਵੇਂ ਲਹੂ ਦਾ ਮੀਂਹ ਪੈ ਰਿਹਾ ਹੋਵੇ, ਅਤੇ ਸਾਰੀ ਧਰਤੀ ਵਿੱਚ ਸਿਮਦਾ ਹੋਇਆ ਕਬਰਾਂ ਵਿੱਚ ਵੀ ਚੋਣ ਲੱਗ ਪਿਆ, ਅਤੇ ਪ੍ਰੀਤ ਦੀਆਂ ਸ਼ਹਿਜ਼ਾਦੀਆਂ ਹੀਰ, ਸੱਸੀ, ਸਾਹਿਬਾਂ ਆਦਿ ਜਿਨ੍ਹਾਂ ਦੇ ਪ੍ਰੇਮੀ ਮਾਰੇ ਗਏ, ਕਬਰਾਂ 'ਤੇ ਰੋ ਰਹੀਆਂ ਹਨ। ਅੱਜ ਸਭੇ ਕੈਦੋ ਬਣ ਗਏ ਹੁਸਨ ਇਸ਼ਕ ਦੇ ਚੋਰ, ਅੱਜ ਕਿੱਥੋਂ ਲਿਆਈਏ ਲੱਭ ਕੇ ਵਾਰਿਸ ਸ਼ਾਹ ਇੱਕ ਹੋਰ। ਅੱਜ ਆਖਾਂ ਵਾਰਿਸ ਸ਼ਾਹ ਨੂੰ ਤੂੰ ਕਬਰਾਂ ਵਿੱਚੋਂ ਬੋਲ, ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਬੱਚਿਓ, ਕੈਦੋਂ ਹੀਰ ਦਾ ਚਾਚਾ ਸੀ। ਉਸਨੇ ਹੀਰ ਦੇ ਪਿਆਰ ਨੂੰ ਤੋੜਨ ਦੀ ਹਰ ਕੋਸ਼ਿਸ਼ ਕੀਤੀ ਸੀ। ਇਹਨਾਂ ਸਤਰਾਂ ਵਿੱਚ ਕਵਿੱਤਰੀ ਦੱਸਦੀ ਹੈ ਕਿ ਅੱਜ ਹੀਰ ਦੇ ਚਾਚੇ ਕੈਦੋਂ ਵਾਂਗ, ਜਿਸਨੇ ਹੀਰ ਦੇ ਪਿਆਰ ਨੂੰ ਸਫਲ ਨਹੀਂ ਸੀ ਹੋਣ ਦਿੱਤਾ, ਸਾਰੇ ਲੋਕ ਹੀ ਕੈਦੋਂ ਬਣ ਗਏ ਹਨ। ਕਿਸੇ ਨੂੰ ਹੁਸਨ ਤੇ ਪਿਆਰ ਦੀ ਕਦਰ ਨਹੀਂ, ਸਾਰੇ ਚੋਰ ਹਨ, ਭਾਵ ਦਿਲ ਦੇ ਮਾੜੇ ਬਣ ਗਏ ਹਨ। ਅੱਜ ਪਿਆਰ ਦੀ ਦਾਸਤਾਨ ਲਿਖਣ ਵਾਲੇ ਵਾਰਿਸ ਸ਼ਾਹ ਨੂੰ ਕਿੱਥੋਂ ਲੱਭ ਕੇ ਲਿਆਈਏ, ਅਤੇ ਕਵਿੱਤਰੀ ਫਿਰ ਉਸਨੂੰ ਸੰਬੋਧਨ ਕਰਦੀ ਹੋਈ ਕਹਿੰਦੀ ਹੈ ਕਿ ਵਾਰਿਸ ਸ਼ਾਹ, ਤੂੰ ਕਬਰਾਂ ਦੇ ਵਿੱਚੋਂ ਕਿਤੇ ਆਵਾਜ਼ ਦੇ, ਅਤੇ ਪਿਆਰ ਦੀ ਕਿਤਾਬ ਦਾ ਕੋਈ ਅਗਲਾ ਵਰਕਾ ਪੰਨਾ ਫੋਲ ਕੇ ਗੀਤ ਸੁਣਾ।